ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ, ਜਿਨ੍ਹਾਂ ਦੀ ਆਮਦ ਅੱਜ ਦੇ ਦਿਨ ਭਾਵ 1656 ਈਸਵੀ ਦੇ ਅੰਦਰ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਪਾਤਸ਼ਾਹ ਜੀ, ਮਾਤਾ ਕ੍ਰਿਸ਼ਨ ਕੌਰ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਪਾਵਨ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ, ਜਿੱਥੇ ਗੁਰਦੁਆਰਾ ਸ਼ੀਸ਼ ਮਹਿਲ ਸੁਸ਼ੋਭਿਤ ਹੈ, ਉਸ ਪਾਵਨ ਅਸਥਾਨ ਤੇ ਸਤਿਗੁਰਾਂ ਦੀ ਆਮਦ ਹੋਈ। ਸਾਧ ਸੰਗਤ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਆ, ਇੱਕ ਸੰਸਾਰਿਕ ਸੂਝ ਹੈ ਮਨੁੱਖ ਦੀ, ਜਿਹਦੇ ਅਨੁਸਾਰ ਮਨੁੱਖ ਸੰਸਾਰ ਦੇ ਵਿੱਚ ਜੀਵਨ ਜਿਉਂਦਾ ਹੈ। ਜਿਸ ਮੁਤਾਬਕ ਸੰਸਾਰ ਦੇ ਵਿੱਚ ਮਨੁੱਖ ਦੇ ਬਾਬਤ ਕੁਝ ਨਿਯਮ, ਕੁਝ ਕਾਨੂੰਨ ਨਿਯਤ ਕੀਤੇ ਜਾਂਦੇ ਨੇ ਕਿ ਬੇਸ਼ੱਕ ਸਮਾਜ ਦੇ ਅੰਦਰ, ਸੰਸਾਰ ਦੇ ਅੰਦਰ ਕੋਈ ਮਨੁੱਖ ਬਾਲਪਨ ਦੇ ਅੰਦਰ, ਬਚਪਨ ਦੇ ਅੰਦਰ, ਉਹ 10-12 ਸਾਲ ਦੀ ਉਮਰ ਬੇਸ਼ੱਕ ਹੁੰਦੀ ਹੋਵੇ ਤੇ ਬਹੁਤ ਸਿਆਣਾ ਹੋ ਜਾਏ, ਉਹਨੂੰ ਦੁਨੀਆ ਦਾ ਬੜਾ ਗਿਆਨ ਹੋ ਜਾਏ, ਉਹ ਸੰਸਾਰ ਦੀ ਪੜ੍ਹਾਈ, ਸੰਸਾਰ ਦੀ ਐਜੂਕੇਸ਼ਨ ਪੱਖੋਂ ਵੀ ਬੜਾ ਸਮਰੱਥ ਹੋ ਜਾਏ, ਉਹ ਗੱਲਾਂ ਬਾਤਾਂ ਦੇ ਵਿੱਚ ਬਹੁਤ ਸਿਆਣਾ ਹੋ ਜਾਏ, ਪਰ ਖਿਆਲ ਕਰਿਓ ਜੇ ਦੁਨੀਆ ਦੀ ਗੱਲ ਕਰੀਏ ਤੇ ਉਸ ਇਨਸਾਨ ਨੂੰ ਇਹ ਆਖੀਏ, ਸਰਕਾਰ ਦੇ ਸਾਹਮਣੇ ਅਪੀਲ ਕਰਕੇ, ਦਲੀਲਾਂ ਦੇ ਕੇ ਵੀ ਇਹ ਬੱਚਾ, ਇਹ ਇਨਸਾਨ, ਇਹ ਬਾਲਕ ਬੜਾ ਸਿਆਣਾ ਹੈ, ਇਹ ਬੜਾ ਅਮਲ ਫਾਜ਼ਲ ਹੈ, ਇਹਨੂੰ ਬੜੀ ਸਮਝ ਹੈ, ਬੜੀ ਸੂਝ ਹੈ, ਇਹ ਗਿਆਨ ਦੇ ਪੱਖੋਂ ਵੱਡੇ ਵੱਡੇ ਲੋਕਾਂ ਨੂੰ ਵੀ ਮਾਤ ਪਾ ਦਿੰਦਾ ਹੈ। ਇਸ ਇਨਸਾਨ, ਇਸ ਬੱਚੇ ਨੂੰ ਤੁਸੀਂ 18 ਸਾਲ ਦੀ ਉਮਰ ਤੋਂ ਪਹਿਲਾਂ, ਭਾਵ 10-12 ਸਾਲ ਦੀ ਉਮਰ ਵਿੱਚ ਜਦੋਂ ਇਹਨੂੰ ਸਮਝ ਆ ਗਈ ਹੈ, ਇਹਨੂੰ ਵੋਟ ਦੇਣ ਦਾ ਅਧਿਕਾਰ ਦੇ ਦਿਓ, ਇਹਨੂੰ ਤੁਸੀਂ ਡਰਾਈਵਿੰਗ ਲਾਇਸੈਂਸ ਦੇ ਦਿਓ, ਇਹ ਗੱਡੀ ਬੜੀ ਸੋਹਣੀ ਚਲਾ ਲੈਂਦਾ ਹੈ। ਪਰ ਦੁਨੀਆ ਦਾ ਕਾਨੂੰਨ ਇਹ ਕਹਿੰਦਾ ਵੀ 18 ਸਾਲ ਦੀ ਉਮਰ ਤੋਂ ਪਹਿਲਾਂ ਭਾਵੇਂ ਕੋਈ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ, ਭਾਵੇਂ ਕੋਈ ਕਿੰਨਾ ਵੀ ਆਮਲ ਫਾਜ਼ਲ ਕਿਉਂ ਨਾ ਹੋਵੇ, ਉਸ ਇਨਸਾਨ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਨਾ ਵੋਟ ਦਾ ਹੱਕ ਦਿੱਤਾ ਜਾ ਸਕਦਾ ਹੈ ਤੇ ਨਾ ਗੱਡੀ ਚਲਾਉਣ ਦਾ ਹੱਕ ਦਿੱਤਾ ਜਾ ਸਕਦਾ ਹੈ। ਜੋ ਐਸਾ ਕਰਦਾ ਹੈ ਤੇ ਉਹ ਸੰਸਾਰ ਦੀ, ਸਰਕਾਰ ਦੀ ਨਿਗਾਹ ਦੇ ਵਿੱਚ ਕਾਨੂੰਨ ਦਾ ਉਲੰਘਣ ਕਰਨ ਕਰਕੇ ਸਜ਼ਾ ਦਾ ਅਧਿਕਾਰੀ ਹੁੰਦਾ ਹੈ। ਪਰ ਰੂਹਾਨੀਅਤ ਦਾ ਪੈਂਡਾ ਐਸਾ ਪੈਂਡਾ ਹੈ ਸਾਧ ਸੰਗਤ, ਜਿੱਥੇ ਉਮਰ ਕੋਈ ਤਕਾਜ਼ੇ ਨਹੀਂ ਰੱਖਦੀ। ਅਸੀਂ ਸੰਸਾਰ ਦੇ ਅੰਦਰ ਕੋਈ ਗੱਲ ਕਰਨੀ ਹੋਵੇ, ਅਸੀਂ ਉਮਰ ਦੇ ਤਕਾਜ਼ੇ ਨੂੰ ਮੁੱਖ ਰੱਖਨੇ ਹਾਂ। ਇਹ ਦੋ ਪੱਖ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਸਤਿਗੁਰਾਂ ਦਾ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ। ਇੱਕ ਬਾਲਪਨ ਦਾ ਹੈ ਤੇ ਦੂਜਾ ਬਜ਼ੁਰਗੀ ਦਾ ਹੈ। ਕੋਈ ਕਿੰਨਾ ਵੀ ਸਿਆਣਾ ਬੰਦਾ ਹੋ ਜਾਏ ਸੰਸਾਰ ਦੇ ਅੰਦਰ, ਕਿਸੇ ਇਨਸਾਨ ਨੂੰ ਜੇ ਉਹ ਸਰੀਰਕ ਤੌਰ ਤੇ ਬਿਲਕੁਲ ਫਿੱਟ ਹੋਵੇ, ਉਹ ਬੜਾ ਸਿਆਣਾ ਹੋਵੇ, ਤੇ ਜਦੋਂ 60 ਸਾਲ ਦੀ ਉਮਰ ਹੋ ਜਾਂਦੀ ਹੈ ਤੇ ਸੰਸਾਰ ਦਾ ਕਾਨੂੰਨ ਕਹਿੰਦਾ ਵੀ ਹੁਣ ਇਹਨੂੰ ਰਿਟਾਇਰ ਕਰ ਦਿਓ, ਰਿਟਾਇਰ ਕੀਤਾ ਜਾਏ ਇਸ ਬੰਦੇ ਨੂੰ, ਕਿਉਂਕਿ ਇਹਦੀ ਉਮਰ ਹੋ ਗਈ ਹੁਣ। ਪਰ ਜਦੋਂ ਸਤਿਗੁਰੂ ਗੁਰੂ ਨਾਨਕ ਦੇ ਘਰ ਦੇ ਵਿੱਚ ਵੇਖਨੇ ਆ, ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ, ਜਿਨ੍ਹਾਂ ਦੀ ਉਮਰ ਤਕਰੀਬਨ 5.25 ਸਾਲ ਦੀ ਸੀ ਜਦੋਂ ਸਤਿਗੁਰੂ ਜੀ ਗੁਰਤਾ ਗੱਦੀ ਤੇ ਆਸੀਨ ਹੁੰਦੇ ਨੇ, ਤੇ ਦੂਜੇ ਪਾਸੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ,
जिन्हां दी उम्र तकरीबन 62 साल दी है, जिदन वो धन गुरु नानक साहब जी की गद्दी की जिम्मेवारी नूं संभालते हैं। इत्थे दोनों पक्ष बड़े समझण वाले ने, क्योंकि रूहानियत दे अंदर, धर्म की दुनिया दे अंदर कदी ये कह के नहीं किसी बंदे नूं रब नाल जोड़िया जाता भी वेखो वो फलाना बंदा इन्नी उम्र दा तू उहदे वर्गा सियाणा बन। बाबा कबीर साहब जी ने बड़े प्यारे बचन के बाणी विच लोगों ने पूछया, कबीर साहब जी असी नाम जपण वाले पासे तुरीए, जे असी रब वाले पासे तुरीए ते किरपा करके दसो भी संसार दे अंदर तुसी किंदे वल वेख के आखोगे भी इस बंदे वर्गा बनो। तुसी ये जिवें नाम जपदा है, तुसी इस ढंग नाल नाम जपो। दुनिया दे अंदर किस इंसान दा तुसी सानू हवाला दे के उहदे नाल जुड़ोगे, रब नाल जोड़न दी गल करोगे। ते बाबा कबीर साहब जी ने बड़े प्यारे बचन बाणी विच कहे, उन्होंने उम्र के तकाजियां नूं खत्म करदियां होइयां बाबा कबीर साहब जी ने दो जणियां दा जिक्र बाणी विच कीता है, दो भगतां दा जिक्र बाणी विच कीता है। बाबा कबीर साहब कहते ने, राम जपो जे ऐसे ऐसे। किवें जपना है? भगत कबीर साहब कहते ने, राम जपो जे ऐसे ऐसे, ध्रुव प्रहलाद जप्यो हर जैसे। इंज नाम जप जिवें ध्रुव ते प्रहलाद परमात्मा दे नाम नाल जुड़े हुए ने। ते जदों बाणी नूं पढ़दे आ ते बाणी दे अंदर बकायदा इन्हां दी उम्र दा हवाला भी दिता है भी 5 वर्ष को अनाथ ध्रुव बारिक। धन गुरु ग्रंथ साहिब पातशाह जी दी पावन बाणी दे बचन ने, 5 वर्ष का है बालक ध्रुव ते 5 साल की उम्र है प्रहलाद की। सतगुर कहते ने जे नाम जपना है ते बाबा कबीर साहब कहते ने फिर इन्हां दी तरह नाम जप। इन्हां मतलब है रूहानियत दे अंदर, धर्म की दुनिया दे अंदर जे ये आखिए भी कोई बंदा रब की गल करदा है ते ओ संसार दे लोकां दे मुताबक उन्होंने 18 साल की उम्र विच वोट देण दा अधिकार है। उन्होंने 18 साल की उम्र विच वो ड्राइविंग लाइसेंस प्राप्त करके गड्डी चला सकता है। इस तरह 18 साल की उम्र तो बाद ही रब की गल करे तो मेरे सतगुरु पातशाह जी कहते ने नहीं, धर्म की दुनिया के अंदर, रूहानियत के अंदर ये चीज़ां किते भी परवाह नहीं। गुरु हरकृष्ण साहब पातशाह जी जिन्हां दी आमद 1656 विच अज दे दिन हुई, जदों सतगुरु गुरु हरकृष्ण साहब पातशाह जी का जीवन पढ़ते हैं, साध संगत सिर्फ सतगुरां दे जीवन के अंदरों आप बेनतियां समझण का यत्न करना है। मेरे सतगुरु धन गुरु ग्रंथ साहिब पातशाह जी की पावन बाणी पढ़ते हैं। मेरे सतगुरु गुरु ग्रंथ साहिब पातशाह जी की पावन बाणी के अंदर बाबा फरीद साहब जी ने एक एग्जाम्पल बड़ी प्यारी दी है। फरीद साहब जी कहते ने, काली जिन्नी ना राबिया तौली राबे कोई, कर साई सो पिरहड़ी रंग नवेला होए। गुरु अमरदास पातशाह जी ने फिर एक बचन किया। साहब कह लगे, बाबा फरीद साहब जी तुहाडी इस गल विच कोई दोरावा नहीं, क्योंकि जिहड़ी मनुखी मत है ना, ये जिवें जिवें संसार दे विच चीज़ां नूं वेखदी है, उन्हां चीज़ां नूं वेख वेख के ये उन्हां चीज़ां नूं अपने अंदर परपक्ता के तौर पर अपने अंदर समो लैंदी। फिर एक समा ऐसा होंदा है जो उन्हां चीज़ां दे प्रति ये परपक्क हो जाती है। जिस बंदे ने अपने जीवन के 60 साल दे विच कदी रब का नाम ना लिया होवे, उस बंदे लिए सोचना भी नहीं बजुर्गी विच जाके रब का नाम जपांगा तो शायद मैं रब के घर पहुँच सकना, मैं धर्म नाल जुड़ जावांगा। ते मेरे सतगुरु कहते ने बड़ा औखा है जिन्हें काली भाव जवानी विच रब नूं चेते नहीं किया, वो बुढ़ेपे विच रब नूं चेते करे, ऐसा बहुत मुश्किल है। यही कारण है जिन्हां ने जवानी विच अपनी आरबला संसार के कम्मां काजां नूं प्रमुखता देंदियां व्यतीत की,
ਉਹਨਾਂ ਦੀ ਬਜ਼ੁਰਗੀ ਅਕਸਰ ਤਾਸ਼ ਪੱਤੇ ਖੇਡਦਿਆਂ ਹੋਇਆਂ ਬਤੀਤ ਹੁੰਦੀ ਹੈ। ਉਹ ਰੱਬ ਦੇ ਪਾਸੇ ਨਹੀਂ ਜੁੜਦੇ। ਤੁਸੀਂ ਵੇਖੋ, ਸੰਸਾਰ ਦੇ ਅੰਦਰ ਬੜਾ ਔਖਾ ਹੈ ਇਸ ਪੱਖ ਨੂੰ ਆਪਣੇ ਜੀਵਨ ਵਿੱਚ ਸਮਝਣਾ। ਪਰ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਬਾਬਾ ਫਰੀਦ ਸਾਹਿਬ ਜੀ, ਤੁਹਾਡੀ ਗੱਲ ਤੋਂ ਮੈਂ ਐਗਰੀ ਹਾਂ, ਸਹਿਮਤ ਹਾਂ, ਪਰ ਇਹ ਵੀ ਸੱਚ ਹੈ ਕਿ ਜਿਹੜੀ ਰੱਬ ਦੇ ਵਾਲੇ ਪਾਸੇ ਦੀ ਪ੍ਰੀਤ ਹੈ ਦੇ ਵਿੱਚ ਬੰਦੇ ਦਾ ਆਪਣਾ ਕੋਈ ਜ਼ੋਰ ਨਹੀਂ। ਸਤਿਗੁਰ ਨੇ ਇੱਕ ਗੱਲ ਬਾਣੀ ਵਿੱਚ ਕਹੀ, ਪਾਤਸ਼ਾਹ ਕਹਿੰਦੇ ਨੇ, ਉਦਮ ਕਰਦਿਆਂ ਜਿਉ ਤੂੰ ਕਮਾਵੰਦਿਆਂ ਸੁਖ ਪੁੰਚ, ਤੇ ਆਇਂਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੱਤ। ਸਾਹਿਬ ਕਹਿੰਦੇ ਨੇ ਜਿੱਥੇ ਉਦਮ ਜ਼ਰੂਰੀ ਹੈ ਉੱਥੇ ਪਾਤਸ਼ਾਹ ਕਹਿੰਦੇ ਨੇ ਧਿਆ ਰੱਬ ਨੂੰ, ਤਾਂ ਕਿ ਤੇਰੀ ਰੱਬ ਨਾਲ ਪ੍ਰੀਤ ਵੀ ਇਸ ਮਤ ਰਾਹੀਂ ਸਤਿਗੁਰੂ ਰੱਬ ਜੀ ਦੇ ਚਰਨਾਂ ਨਾਲ ਬਣ ਜਾਏ। ਉਹਨੂੰ ਧਿਆਉਣਾ ਵੀ ਹੈ। ਜੇ ਉਦਮ ਜ਼ਰੂਰੀ ਹੈ ਤੇ ਸਤਿਗੁਰ ਨੇ ਧਿਆਨ ਦੀ ਗੱਲ ਵੀ ਨਾਲ ਕੀਤੀ ਹੈ। ਪਾਤਸ਼ਾਹ ਕਹਿੰਦੇ ਨੇ, ਉਦਮ ਕਰੇਗਾ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਸੰਸਾਰਿਕ ਤਲ ਤੇ ਸੁਖੀ ਹੋਏਗਾ। ਜੇ ਰੱਬ ਦੇ ਨਾਮ ਦਾ ਉਦਮ ਕਰੇਗਾ ਤੇ ਮੇਰੇ ਸਾਹਿਬ ਕਹਿੰਦੇ ਨੇ, ਧਿਆਇਂਦਿਆਂ ਤੂੰ ਪ੍ਰਭੂ ਮਿਲ। ਸਾਹਿਬ ਕਹਿੰਦੇ ਨੇ ਫਿਰ ਰੱਬ ਵਾਲੇ ਪਾਸੇ ਤੁਰੇਗਾ ਤੇ ਧਿਆ ਕੇ ਉਹਦੇ ਵਿੱਚ ਇੱਕ ਮਿਕ ਹੋ ਜਾਏਗਾ। ਇਹ ਗੱਲ ਚੇਤੇ ਰੱਖਿਓ, ਕੋਈ ਦੁਨੀਆ ਵਾਲੇ ਪਾਸੇ ਤੁਰੇ, ਖੁਦੀ ਵਾਲੇ ਪਾਸੇ ਤੁਰੇ, ਸੰਸਾਰ ਦੇ ਅੰਦਰ ਜਿੰਨਾ ਕੁਝ ਮਰਜ਼ੀ ਹਾਸਲ ਕਰ ਲਵੇ, ਦੁਨੀਆ ਦੀ ਕੋਈ ਤਾਕਤ ਉਸ ਬੰਦੇ ਨੂੰ ਰਜ਼ਾ ਨਹੀਂ ਸਕਦੀ ਜਿੰਨੀ ਦੇਰ ਤੱਕ ਉਹ ਧਰਮ ਦੀ ਦੁਨੀਆ ਦੇ ਅੰਦਰ ਆਪਣੇ ਜੀਵਨ ਦੇ ਅੰਦਰ ਸੰਤੋਖ ਨੂੰ ਆਪਣੀ ਮਾਨਸਿਕਤਾ ਦੇ ਅੰਦਰ, ਆਪਣੀ ਜ਼ਹਿਨੀਅਤ ਦੇ ਅੰਦਰ ਟਿਕਾ ਨਹੀਂ ਲੈਂਦਾ। ਜਿੰਨੀ ਦੇਰ ਤੱਕ ਉਹਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਬਿਨਾਂ ਸੰਤੋਖ ਨਹੀਂ ਕੋ ਰਾਜਾ ਹੈ, ਉਨੀ ਦੇਰ ਤੱਕ ਉਹ ਕਦੀ ਜੀਵਨ ਦੇ ਅੰਦਰ ਟਿਕਾ ਨਹੀਂ ਹਾਸਲ ਕਰ ਸਕਦਾ। ਇਸੇ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਦੋ ਪੱਖ ਜੀਵਨ ਦੇ ਬਿਆਨ ਕਰਦੇ ਆ ਗੱਲ ਆਖੀ। ਸਾਹਿਬ ਕਹਿੰਦੇ ਨੇ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਪਾਤਸ਼ਾਹ ਕਹਿੰਦੇ ਨੇ, ਜੇ ਰੱਬ ਭੁੱਲਿਆ ਬਹੁਤਾ ਵੀ ਹਾਸਲ ਕਰਕੇ ਬਹੁਤਾਤ ਵੀ ਤੇਰੇ ਅੰਦਰ ਦੀ ਚਿੰਤਾ ਨੂੰ ਮਾਰ ਨਹੀਂ ਸਕਦੀ। ਤੇ ਨਾਲ ਬਚਨ ਕਿਹਾ, ਜਿਸ ਗ੍ਰਹਿ ਥੋੜੇ ਸੋ ਫਿਰੈ ਪ੍ਰਮੰਤਾ। ਜੇ ਰੱਬ ਵਾਲੇ ਪਾਸੇ ਨਹੀਂ ਤੁਰਿਆ ਤੇ ਸਤਿਗੁਰ ਕਹਿੰਦੇ ਨੇ, ਜੇ ਥੋੜ ਚਿਰ ਸੰਸਾਰ ਦੇ ਅੰਦਰ ਕਿਤੇ ਥੋੜੇ ਵਿੱਚ ਜੀਵਨ ਗੁਜ਼ਾਰਨਾ ਪੈ ਗਿਆ ਤੇ ਸਤਿਗੁਰ ਕਹਿੰਦੇ ਨੇ, ਫਿਰ ਵੀ ਤੂੰ ਭਰਮ ਵਿੱਚ ਪਿਆ ਰਹੇਗਾ, ਟਿਕੇਗਾ ਨਹੀਂ। ਟਿਕਾ ਬੜਾ ਜ਼ਰੂਰੀ ਹੈ ਜੀਵਨ ਦੇ ਅੰਦਰ। ਔਰ ਟਿਕਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ, ਉਨੀ ਦੇਰ ਤੱਕ ਜੀਵਨ ਵਿੱਚ ਨਹੀਂ ਬਣੇਗਾ। ਸੰਤੋਖ, ਕੰਟੈਂਟਮੈਂਟ ਉਨੀ ਦੇਰ ਤੱਕ ਜੀਵਨ ਵਿੱਚ ਨਹੀਂ ਬਣੇਗਾ ਜਿੰਨੀ ਦੇਰ ਤੱਕ ਅਸੀਂ ਧਰਮ ਨੂੰ ਆਪਣੇ ਜੀਵਨ ਦੇ ਅੰਦਰ ਥਾਂ ਨਹੀਂ ਦਿੰਦੇ। ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਜੀਵਨ, ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਆਰਬਲਾ ਨੂੰ ਜਦੋਂ ਵੇਖਨੇ ਆ, ਧਿਆਨ ਦੇਣਾ, ਤਵਾਰੀਖ ਦੇ ਅੰਦਰ, ਸਿੱਖ ਇਤਿਹਾਸ, ਗੁਰ ਇਤਿਹਾਸ ਦੇ ਅੰਦਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਸਮੇਂ ਅੰਦਰ ਐਸੇ ਬੜੇ ਲੋਕ ਹੋਏ ਜਿਨ੍ਹਾਂ ਨੇ ਸਾਹਿਬਾਂ ਦੀ ਆਰਬਲਾ ਨੂੰ ਵੇਖ ਕੇ ਬੜੇ ਭਰਮ ਤੇ ਬੜੇ ਭੁਲੇਖੇ ਜ਼ਾਹਿਰ ਕੀਤੇ। ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਭਰਮਾਂ ਨੂੰ, ਉਹਨਾਂ ਦੇ ਭੁਲੇਖਿਆਂ ਨੂੰ ਤੋੜਿਆ, ਦੂਰ ਕੀਤਾ। ਸਾਹਿਬਾਂ ਦੀ ਆਮਦ ਹੁੰਦੀ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੀ। ਗੁਰੂ ਹਰ ਰਾਏ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਦੋ ਸਪੁੱਤਰ ਨੇ, ਵੱਡੇ ਨੇ ਬਾਬਾ ਰਾਮ ਰਾਏ ਤੇ ਛੋਟੇ ਨੇ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ। ਦੋਨਾਂ ਦੀ ਆਰਬਲਾ ਦੇ ਅੰਦਰ ਤਕਰੀਬਨ 12 ਸਾਲ ਦਾ ਫਰਕ ਹੈ। ਬਾਬਾ ਰਾਮ ਰਾਏ ਦਾ ਜਿਹੜਾ ਜਨਮ ਹੈ ਤਕਰੀਬਨ 1644 ਦਾ ਹੈ ਤੇ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਜਿਹੜਾ ਜਨਮ ਹੈ ਉਹ 1656 ਦਾ ਹੈ। 12 ਸਾਲ ਦੇ, ਸਵਾ 12 ਸਾਲ ਦੇ ਕਰੀਬ ਉਮਰ ਦੇ ਵਿੱਚ ਫਰਕ ਹੈ। ਇਸ ਕਰਕੇ ਆਮ ਗੁਰੂ ਘਰ ਦੇ ਅੰਦਰ ਇਹ ਗੱਲਾਂ ਚੱਲਦੀਆਂ ਸਨ ਕਿ ਗੁਰੂ ਹਰ ਰਾਏ ਪਾਤਸ਼ਾਹ ਜੀ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰ ਰਾਏ ਸਾਹਿਬ ਜੀ ਸੰਭਾਲਣਗੇ। ਧਿਆਨ ਦੇਣਾ ਸਾਧ ਸੰਗਤ, ਇਹ ਇਤਿਹਾਸ ਦਾ ਪੱਖ ਹੈ ਤੇ ਇਤਿਹਾਸ ਨੂੰ ਸੁਣਨ ਦੇ ਲਈ ਬਹੁਤ ਇਕਾਗਰਤਾ ਦੀ ਜ਼ਰੂਰਤ ਹੁੰਦੀ ਹੈ। ਜਿੰਨਾ ਸਮਾਂ ਗੁਰੂ ਨੇ ਬਖਸ਼ਿਆ, ਆਪ ਜੀ ਇਕਾਗਰਤਾ ਬਖਸ਼ਿਸ਼ ਕਰਿਓ ਤਾਂ ਕਿ ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਕੋਈ ਵਿਚਾਰ ਅਸੀਂ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਕੁਝ ਲੈ ਕੇ ਜਾਈਏ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ, ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ, ਉਹਨਾਂ ਦੇ ਸਾਹਮਣੇ ਅਕਸਰ ਹੀ ਵਿਚਾਰ ਹੁੰਦੇ ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਜਿਵੇਂ ਜਿਵੇਂ ਵੱਡੇ ਹੁੰਦੇ ਨੇ ਆਰਬਲਾ ਦੇ ਤੌਰ ਤੇ, ਗੁਰੂ ਘਰ ਦੀ ਮਰਿਆਦਾ ਨੂੰ ਬੜੇ ਧਿਆਨ ਦੇ ਨਾਲ ਘੋਖਦੇ ਨੇ।
एक गल चेते रखियो साध संगत, अक्सर असी जिहो जिहा जीवन समाज विच जीने आ, जिहो जिहा जीवन अपने घर विच जीने आ, साडे छोटे छोटे बच्चे जिहड़े ने साडे वल वेख के ही जीवन जिउणा सिखदे ने। कदी ये ना सोचिए भी वड्डे होणगे ते इन्हां नूं जीवन जिउण दी समझ आएगी। नहीं, उन्होंने जो कुछ सीखना है वो साडे कोलों ही, साडे घरां दे विच रहिंदिआं, समाज विच विचरदिआं उन्हां साडे कोलों सीखना आउंदा है। इसे करके जो कुछ घरां दे अंदर वापरदा है, अक्सर चीज़ां वो बच्चिआं दे जीवन दे अंदर बड़ा असर रखदिआं ने। यही कारण है जिन्हां घरां दे विच सवेरे नितनेम दियां बाणियां परिवार दे जी जुड़ के पढ़ते ने, शाम नूं सतगुर की पावन बाणी, नेम दी बाणी, रहरास साहब जी दी बाणी जुड़ मिल के परिवार दे जी पढ़ते ने, बाणी नाल जुड़े हुए ने, जिन्हां दे परिवारां दे विच गुरु की बाणी प्रति प्यार हुंदा है। सच जाणिओ प्यार उन्हां बच्चिआं दे विच सुभावक के तुसीं वेख सकदे हो। पर जिन्हां परिवारां दे अंदर ये कुछ नहीं हुंदा, वो परिवार के बच्चे अपने परिवार के वड्डिआं नूं, माँ प्यो नूं, अपने चौगिरदे नूं वेख के ही बहुत कुछ सीखते हैं। यही कारण है कि जिस घर के अंदर बाप शाम होंदिआं अपने टेबल ते शराब की बोतल ते गिलास रख के बह जाएगा, मता ये गल हिरदे विच रखियो भी इस घर के अंदर बच्चा जवान होके बाणी वाले पासे जुड़ जाएगा। बड़ा औखा है, क्योंकि उन्होंने जो संस्कार मिलणगे परिवार विचों, जो कुछ वो वेखेगा ओहो जिहा उस समाज दे विच बनन दा यतन करदा है। सतगुरु गुरु ग्रंथ साहिब पातशाह जी की पावन बाणी के अंदर इसे करके मेरे सतगुरु ने बालपन दे जदों भी जिक्र किया है ते सतगुरु पातशाह जी कहते ने इस बचपन नूं, इस बालपन नूं रब वाले पासे जोड़। सतगुरु ने जीवन का जिहड़ा पहला पैर बयान किया है गुरु ग्रंथ साहिब जी की पावन बाणी विच, वो बालपन है ते पहला पैर वो है जिन्हों जिन्ना सवार लवांगे। सत जाणिओ बाबा फरीद साहब कहते ने, पहले पहरै फुलड़ा फल भी पछारा। जे पहले पैर नूं सवार लवांगे ते अखीरले पैर विच फल की प्राप्ति करांगे। जे पहला पैर ही नहीं सवारांगे ते फिर अखीरले पैर भुल जाइए कोई फल की प्राप्ति होएगी। फिर साडे वर्गे ही हुंदे ने जिहड़े समाज नूं दोष दिंदे ने, दुनिया नूं दोष दिंदे ने, बच्चिआं नूं दोष दिंदे ने भी साडी गल नहीं मनदे। धन गुरु ग्रंथ साहिब पातशाह कहंदे ने, जिदन समा सी उदन तूं उन्हां दे सामने रखिया कि इस गल नूं सोचण दा यतन कर। गुरु हरकृष्ण पातशाह जी बालपन विच पिता गुरु हरराय साहब जी वल वेखदे ने कि गुरु हरराय पातशाह जी बाणी नाल किन्ना प्यार करदे ने ते संगतां नूं बाणी नाल किन्नी प्यार करन दी तरजीह देंदे ने, किन्नी प्रेरणा देंदे ने। ख्याल करियो, गुरु हरकृष्ण साहिब पातशाह जी ने अपने नेत्रां नाल वेखिआ है कि धन गुरु हरराय पातशाह जी वो मंजे ते रात शाम का समा सूरज ढल गया है, रात का नेम निभाया जा चुका है। धन गुरु हरराय पातशाह जी अपने तख्त ते बैठे ने, आराम कर रहे ने। सतगुरु पातशाह जी सिख संगतां बाणी पढ़दियां आईयां। जिस वेले सिख संगतां उच्ची उच्ची बाणी पढ़दियां आ रही सन, त्यागे ना समा ऐसा सी साध संगत, आप जिहड़े संगत विचों इतिहास पढ़न वाले ने उन्होंने पता है, उस समय दे अंदर जदों किसी ने गुरु घर दे अंदर दर्शनां लई जाना हुंदा सी ते ये नहीं सन अज वर्गे साधन दो ही सन, या घोड़े हुंदे सन या बैल गड्डियां ते गड्डियां बैल गड्डियां हुंदियां सन, गड्डे जो लैने ते बह के जाना या पैदल सफर करना। घोड़े भी जिहड़े ने वो जिहड़े वड्डे धनाड़ लोग हुंदे ने, खास करके बादशाह ते बादशाह दीयां फौजां, उन्हां दे कोलों हुंदे सन। घोड़े आम बंदे कोलों नहीं सन हुंदे। धन गुरु ग्रंथ साहिब पातशाह जी दा ओट लैके संगतां गुरु दर्शनां दे लई गुरु काल विच समय समय अनुसार सतगुरां दे चरनां विच आंदियां सन ते संगतां जिदों आउंदियां सन उन्हां संगतां दे अंदर नेम प्यार इन्ना सी। ऐसा नहीं कि अज साडी तरह असीं चले हुन्ने आ दरबार साहिब दे दीदार करन दे लई घरों गड्डी नूं सैल्फ मारने आ, परिवार समेत गड्डी विच बह जांदे आ। जिवें गड्डी घर तो बाहर निकलदी है, सच जाणिओ दुनिया दा गंद पिल जिन्ना कुछ हुंदा है सब गड्डी दे अंदर चलदा है ते चलदिआं चलदिआं
6-7 घंटे का सफ़र तय करके असी दरबार साहब पहुँच जाने। उंज कह रहे असी गुरु के दर्शन करन आए हैं, पर कोई पूछे इन्ना लम्मा पैंडा तय करके आया है, किन्नी कु बाणी सुन के ते पढ़ के आया है। घरों चले 6 घंटे सुरत के अंदर सिर्फ गंद ही भरते रहे, ते जो दरबार साहब पहुंचे उदों असी कहने भी असी गुरु के दीदार कर ले। नहीं साध संगत, कदी उन्होंने गुरसिखां का जीवन वेखो, वो पैदल चलते सन, 15-15 दिन, महीना कई बारी लग जाता। तुसी वेखो ਜਿਹੜੀਆਂ संगतां किते काबुल तो आन, अफगानिस्तान किथे काबुल की धरती है, संगतां पैदल आउंदियां सन गुरु के दर्शन करने दे लई, ते रस्ते विच महीना लग जाता सी उन्हां नूं पैंडा तय करदियां ते रस्ते दे विच आंदियां उन्होंने बाणी पढ़ते हुए आना। जदों गुरु दरबार विच संगतां आईयां, बाणी दे शब्द पढ़ रही सन, गुरु हरराय साहब पातशाह जी के कन्नां विच बाणी के शब्द पए। जदों साहब ने बाणी सुनी, गुरु हरराय पातशाह जी बड़ी छेती दे नाल, जल्दी दे नाल मंजे तो उठे, पीढ़े तो उठे। जदों सतगुरु जी उस पीढ़े तो उठे ने जल्दी नाल, ते पीढ़े का पावा धन गुरु हरराय साहब पातशाह जी के गोडे विच लगा। इन्नी जोर की पावा वजा कि गोडे दे विचों खून भी निकलिया। सिख कोलों खड़ा सी जिहड़ा सतगुरु धन गुरु हरराय पातशाह जी की सेवा विच सी, कहंदा सतगुरु गुरु हरराय पातशाह जी तुसी इन्नी काल क्यों कीती है। ठेठ पंजाबी का शब्द है काली काली जल्दी करना। तुसी इन्नी काल क्यों कीती है सतगुरु पातशाह जी। आखिर सिख संगतां बाणी तुहाडे चरनां विच तुहाडे दर्शनां लई आ रहीआं ने, उन्होंने तुहाडे सन्मुख आके सिर झुकाना है। सतगुरु गुरु हरराय पातशाह कहन लगे नहीं, गुरु के सिखा सिख बाणी पढ़दियां आ रही हैं। सतगुरु गुरु हरराय पातशाह जी नूं सिख कहन लगा, सतगुरु बाणी भी तो तुहाडी है ना, बाणी किसी होर दी थोड़ा है, बाणी भी तो तुहाडी है। सतगुरु गुरु हरराय पातशाह जी कहन लगे, बाणी साडी नहीं, ये बाणी धुर की बाणी आई तिन सगली चिंत मिटाई। मेरे सतगुरु गुरु ग्रंथ साहिब पातशाह जी कहते ने नहीं, बाणी तुसी एक अंग तो लैके 1430 अंक बाणी दे पढ़ो, एक थां भी मेरे सतगुरु ने नहीं आख्या बाणी मेरी है, एक थां भी साहब ने नहीं आख्या बोल मेरे ने सिखो। नानक दे बोलां नूं पढ़ो, नानक दे बोलां नूं सुनो, नानक दे बोलां नूं समझो। साहब ने कोई गल आखी है, पातशाह कहते ने हे मेरे मालक जी, हों आपो बोल ना जानदा। हे मेरे सतगुरु मेरे को इन्नी पाया कि मेरे अंदर इन्नी समर्था नहीं कि मैं कुछ बोल सका। हों आपो बोल ना जानदा, मैं कहया सब हुक्म आओ जियो। सतगुरु मैं जो कुछ बोलिया तुहाडे हुक्म विच बोलिया। ध्यान देना, मैं जो कुछ बयान किया सतगुरु तुहाडे हुक्म विच बयान किया है। मेरे सतगुरु ने बाणी दे अंदर वार वार शब्द आके जैसी मैं आवे खसम की बाणी। पातशाह जी ने आख्या नहीं भी नानक दी बाणी, साहब कहते ने जैसी मैं आवे खसम की बाणी तैसड़ा करी ज्ञान वे। लालू साहब कहते ने ओहो जिहा ज्ञान हासिल करी जेहो जी बाणी करते दी साडे अंदरों प्रगट हुई है। शरीर बाणी नूं प्रगट करन दा जरिया है। मेरे धन गुरु हरराय पातशाह कहन लगे बाणी करते दी है। सतगुरु गुरु हरराय पातशाह कहन लगे जिन पै अदब ना बाणी धारा। ये सिख तारीख दे बोल ने। पातशाह कहन लगे जिसने अपने जीवन अंदर बाणी प्रति अदब नहीं रखिया, जिन पै अदब ना बाणी तारा जानो सो सिख नाहे हमारा। सब कहते ने साडा सिख हो ही नहीं सकता जिहड़ा बाणी का सत्कार नहीं करता। साध संगत, जदों धन गुरु ग्रंथ साहिब जी की छत्र छाया विच आइए, जदों तुसी गुरुद्वारे की हदूद विच आ जाते हो ना, इन्ना अदब होना चाहिए गुरु ग्रंथ साहिब जी का। इंज सानू महसूस होना चाहिए कि सच विच 35 महापुरख जिहड़े ने उस सामने बैठे हुए हैं। सतगुरु गुरु नानक पातशाह जी तो लैके गुरु अर्जन देव पातशाह जी तक, गुरु तेग बहादुर साहब जी 6 गुरु साहबान, 15 भगत, 11 भट्ट, 3 गुरसिख भाई सत्ता जी, भाई बलवंड जी ते भाई सुंदर जी। सतगुरु पातशाह जी के चरणों में आइए तो पता लगे 35 महापुरख साडे सामने बैठे हैं। 35 महापुरखों की बाणी है धन गुरु ग्रंथ साहिब जी के अंदर। हाँ, कई 36 भी कहते हैं। वो भाई मरदाने जी के एक शब्द नूं
ਉਹ ਭਾਈ ਮਰਦਾਨਾ ਜੀ ਦਾ ਸ਼ਬਦ ਕਹਿੰਦੇ ਨੇ, ਜਿੱਥੇ ਲਿਖਿਆ ਮਰਦਾਨਾ ਮਹਿਲਾ ਪਹਿਲਾ, ਪਰ ਇਤਿਹਾਸਕਾਰ ਲਿਖਦੇ ਨੇ ਉਸ ਸ਼ਬਦ ਭਾਈ ਮਰਦਾਨਾ ਜੀ ਨੇ ਸ਼ਬਦੀ ਤੌਰ ਵਿੱਚ ਬੋਲੇ ਸਨ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਸ਼ਬਦਾਂ ਨੂੰ ਮਹੱਲੇ ਪਹਿਲੇ ਦੇ ਸਿਰਲੇਖ ਹੇਠ ਦਰਜ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਉਹ ਸ਼ਬਦ ਹੈ, ਮਰਦਾਨਾ ਜੀ ਦੇ ਬੋਲ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ, ਇੰਨਾ ਅਦਬ ਹੋਵੇ ਜਦੋਂ ਗੁਰੂ ਘਰ ਵਿੱਚ ਆਈਏ। ਜੇ ਬਾਣੀ ਦਾ ਅਦਬ ਨਹੀਂ ਤੇ ਧਿਆਨ ਦੇਣਾ, ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚੋਂ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬੜੀ ਨੇੜੇ ਤੋਂ ਸਭ ਕੁਝ ਵੇਖਿਆ। ਪਾਤਸ਼ਾਹ ਜੀ ਨੇ ਵੇਖਿਆ ਬਾਣੀ ਦਾ ਸਤਿਕਾਰ ਸਿੱਖ ਸੰਗਤਾਂ ਕਿਵੇਂ ਕਰਦੀਆਂ ਨੇ। ਜਿਸ ਦਿਨ ਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੇ ਫਰਮਾਨ ਤੇ ਕਿ ਔਰੰਗਜ਼ੇਬ 1656 ਈਸਵੀ ਵਿੱਚ ਤਖਤ ਤੇ ਬੈਠਦਾ ਹੈ, 1657 ਵਿੱਚ 1656 ਦੀ ਆਮਦ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ 1657 ਵਿੱਚ ਔਰੰਗਜ਼ੇਬ ਇਸ ਹਿੰਦੁਸਤਾਨ ਦੇ ਤਖਤ ਤੇ ਬੈਠਦਾ ਹੈ। ਇਨ ਤੇ ਚਾਰ ਭਰਾ ਸਨ ਔਰੰਗਜ਼ੇਬ ਦੇ ਸਮੇਤ। ਤਿੰਨ ਭਰਾ, ਦੋ ਭਰਾ ਔਰੰਗਜ਼ੇਬ ਨੇ ਆਪਣੇ ਵੱਲ ਕਰ ਲਏ। ਇੱਕ ਸੀ ਦਾਰਾ ਸ਼ਿਕੋ, ਜਿੰਦਾ ਸ਼ਾਹਜਹਾਨ ਦੇ ਨਾਲ ਬੜਾ ਨੇਹ ਸੀ, ਔਰ ਦਾਰਾ ਸ਼ਿਕੋ ਨੂੰ ਸ਼ਾਹਜਹਾਨ ਕਹਿੰਦਾ ਸੀ ਵੀ ਗੁਰਤਾ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਬਾਦ, ਇਹ ਬਾਦਸ਼ਾਹੀ ਦਾ ਤਿਲਕ ਜਿਹੜਾ ਹੈ ਉਹ ਦਾਰਾ ਸ਼ਿਕੋ ਨੂੰ ਮਿਲੇ। ਇਹੀ ਕਾਰਨ ਸੀ ਜਿਦਨ ਦਾਰਾ ਸ਼ਿਕੋ ਉਹ ਆਪਣੇ ਪਿਤਾ ਦੇ ਬਿਮਾਰੀ ਤੋਂ ਬਾਅਦ ਹੁਕਮ ਕਰਨ ਲੱਗਾ ਤੇ ਔਰੰਗਜ਼ੇਬ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ, ਕਿਉਂਕਿ ਔਰੰਗਜ਼ੇਬ ਬੜਾ ਚਲਾਕ ਸਬਿਰਤੀ ਦਾ ਬੰਦਾ ਸੀ। ਇਹਨੇ ਆਪਣੇ ਦੂਜੇ ਦੋਵਾਂ ਭਰਾਵਾਂ ਨੂੰ ਆਪਣੇ ਵੱਲ ਕਰ ਲਿਆ। ਆਪਣੇ ਵੱਲ ਕਰਕੇ ਪਹਿਲਾਂ ਦਾਰਾ ਸ਼ਿਕੋ ਨੂੰ ਮਾਰਨ ਦਾ ਯਤਨ ਕੀਤਾ। ਇਤਿਹਾਸ ਲਿਖਦਾ ਉਹਦੇ ਖਾਣੇ ਵਿੱਚ ਕੁਝ ਮਿਲਾ ਕੇ ਉਹਨੂੰ ਦੇ ਦਿੱਤਾ। ਕੋਈ ਇਹ ਕਹਿੰਦੇ ਨੇ ਵੀ ਸ਼ੇਰ ਦੀ ਵਾਲ ਸੀ, ਉਹ ਵਾਲ ਦਿੱਤਾ ਗਿਆ, ਕੋਈ ਇਹ ਕਹਿੰਦੇ ਜ਼ਹਿਰ ਦਿੱਤਾ ਗਿਆ। ਪਰ ਜਿਹੜਾ ਦਾਰਾ ਸ਼ਿਕੋ ਸੀ ਉਹਦੀ ਹਾਲਤ ਇੰਨੀ ਵਿਗੜ ਗਈ। ਧਿਆਨ ਦੇਣਾ, ਜਿਹੜਾ ਸ਼ਾਹਜਹਾਨ ਲਾਲ ਕਿਲੇ ਵਰਗਾ ਤਖਤ ਬਣਾ ਸਕਦਾ ਹੈ, ਧਿਆਨ ਦੇਣਾ ਉਸ ਬਾਦਸ਼ਾਹ ਦੇ ਕੋਲੋਂ ਕੀ ਕੁਝ ਨਹੀਂ। ਪਰ ਜਿਸ ਦਿਨ ਦਾਰਾ ਸ਼ਿਕੋ ਬਿਮਾਰ ਹੋਇਆ, ਕੁਲ ਆਲਮ ਦੇ ਸਭ ਵੈਦ ਦਾਰਾ ਸ਼ਿਕੋ ਦੇ ਇਲਾਜ ਲਈ ਸ਼ਾਹਜਹਾਨ ਨੇ ਬੁਲਾਏ, ਪਰ ਦਾਰਾ ਸ਼ਿਕੋ ਕਿਤੋਂ ਵੀ ਠੀਕ ਨਾ ਹੋਇਆ। ਪਰ ਉਹਦੀ ਬਿਮਾਰੀ ਦਾ ਕਾਰਨ ਸੀ ਔਰੰਗਜ਼ੇਬ। ਉਹਨੇ ਖਾਣੇ ਵਿੱਚ ਕੁਝ ਮਿਲਾ ਕੇ ਦਿੱਤਾ ਸੀ, ਕਿਉਂਕਿ ਆਪਣੇ ਭਰਾ ਤੋਂ ਈਰਖਾ ਕਰਦਾ ਸੀ। ਜਿਸ ਵੇਲੇ ਸਤਿਗੁਰੂ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਦਰਬਾਰ ਬਾਬਤ ਸ਼ਾਹਜਹਾਨ ਨੂੰ ਪਤਾ ਲੱਗਾ, ਵੈਦਾਂ ਨੇ ਜਿਹੜੀਆਂ ਚੀਜ਼ਾਂ ਮੰਗਾਈਆਂ, ਜਿਹੜੀਆਂ ਚੀਜ਼ਾਂ ਕਹੀਆਂ ਵੀ ਇਹਦੀ ਜਾਨ ਬਚਾ ਸਕਦੀਆਂ ਨੇ, ਪੂਰੇ ਹਿੰਦੁਸਤਾਨ ਕੀ ਪੂਰੇ ਮੁਲਕ ਵਿੱਚੋਂ ਚੀਜ਼ਾਂ ਸ਼ਾਹਜਹਾਨ ਨੂੰ ਕਿਤੋਂ ਨਹੀਂ ਮਿਲੀਆਂ। ਅਫਗਾਨਿਸਤਾਨ ਤੱਕ, ਕਾਬਲ ਦੀ ਧਰਤੀ, ਇੱਧਰ ਕਿਤੋਂ ਤੱਕ ਉਹਨੇ ਪੂਰਾ ਸੰਸਾਰ ਗਾ ਮਾਰਿਆ, ਪਰ ਉਹ ਚੀਜ਼ਾਂ ਧੰਨ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਸਫਾਖਾਨੇ ਦੇ ਵਿੱਚੋਂ ਮਿਲੀਆਂ। ਸਿੱਖੋ, ਕਿੱਡਾ ਵੱਡਾ ਦਵਾਖਾਨਾ ਸੀ ਧੰਨ ਗੁਰੂ ਹਰਿਰਾਏ ਪਾਤਸ਼ਾਹ ਜੀ ਦਾ ਬਣਾਇਆ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ। ਅੱਜ ਅਸੀਂ ਧਰਮ ਦੇ ਨਾਮ ਤੇ ਸਾਡੇ ਆਗੂ ਦਾਅਵੇ ਬੜੇ ਕਰਦੇ ਨੇ, ਸਾਡੇ ਕੋਲ ਇੰਨਾ ਕੁਝ, ਪਰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਿਆਂ, ਸਿੱਖ ਪੰਥ ਦੇ ਕੋਲੋਂ ਸਿਵਾਏ ਲੰਗਰਾਂ ਤੋਂ ਹੋਰ ਕੁਝ ਵੀ ਨਹੀਂ ਜੇ ਰਹਿ ਗਿਆ। ਨਗਰ ਕੀਰਤਨ ਹੋ ਜਾਣ, ਪੈਰ ਪੈਰ ਤੇ ਅਸੀਂ ਲੰਗਰ ਲਾਵਾਂਗੇ। ਅਸੀਂ ਕਦੀ ਦੂਰ ਦ੍ਰਿਸ਼ਟੀ ਨਾਲ ਇਹ ਨਹੀਂ ਸੋਚਦੇ। ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੋਵੇ ਤੇ ਅਸੀਂ ਕ੍ਰਿਸਚਨ ਸਕੂਲਾਂ ਬਣਿਆ। ਕਿਹੜਾ ਕ੍ਰਿਸਚਨ ਸਕੂਲ ਸਭ ਤੋਂ ਚੰਗਾ ਹੈ? ਸੱਚ ਹੈ, ਸਾਡੇ ਕੋਲੋਂ ਵਿਦਿਅਕ ਅਦਾਰੇ ਚੰਗੇ ਨਾ ਰਹੇ। ਸਾਡੇ ਕੋਲੋਂ ਬੇਸਿਕ ਜਿਹੜੀਆਂ ਜ਼ਰੂਰਤਾਂ, ਜਿਹੜੀਆਂ ਗੁਰੂ ਘਰ ਦੇ ਅੰਦਰੋਂ, ਤੁਸੀਂ ਵੇਖੋ ਧੰਨ ਗੁਰੂ ਹਰਿਰਾਏ ਪਾਤਸ਼ਾਹ ਜੀ ਗੁਰੂ ਘਰ ਦੇ ਅੰਦਰ ਕਿੱਡਾ ਵੱਡਾ ਦਵਾਖਾਨਾ ਹੋਏਗਾ, ਜਿੱਥੇ ਸ਼ਾਹਜਹਾਨ ਆਪਣੇ ਪੁੱਤਰ ਦੇ ਇਲਾਜ ਲਈ ਆ ਕੇ ਉਹ ਚੀਜ਼ਾਂ ਮੰਗਦਾ ਹੈ। ਮੇਰੇ ਸਤਿਗੁਰੂ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਉਹ ਚੀਜ਼ਾਂ ਮਿਲੀਆਂ ਤੇ ਦਾਰਾ ਸ਼ਿਕੋ ਠੀਕ ਹੋਇਆ। ਔਰੰਗਜ਼ੇਬ ਆਪਣੇ ਭਰਾ ਨੂੰ ਕੈਦ ਵਿੱਚ ਕਰਦਾ ਹੈ ਸਮਾਂ ਪਾ ਕੇ, ਤੇ ਆਪ ਇਸ ਤਖਤ ਤੇ ਬਹਿੰਦਾ ਹੈ। ਜਦੋਂ ਤਖਤ ਤੇ ਬਹਿੰਦਾ ਹੈ, ਹੁਣ ਉਹਦੇ ਸਾਹਮਣੇ ਗੱਲਾਂ ਸਨ ਕਿ ਗੁਰੂ ਘਰ ਨੇ ਦਾਰਾ ਸ਼ਿਕੋ ਨੂੰ ਬਚਾਇਆ ਇੱਕ ਤੇ ਦੂਜਾ, ਜਦੋਂ ਦਾਰਾ ਸ਼ਿਕੋ ਦੀ ਤੇ ਔਰੰਗਜ਼ੇਬ ਦੀ ਲੜਾਈ ਹੋਈ ਸੀ ਤੇ ਦਾਰਾ ਸ਼ਿਕੋ ਜਦੋਂ ਆਪਣੀ ਜਾਨ ਬਚਾ ਕੇ ਭੱਜਿਆ ਸੀ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਿਆ ਸੀ। ਅੱਗੋਂ ਬਿਆਸਾ ਨੂੰ ਪਾਰ ਕਰਕੇ ਉਹਨੇ ਅੱਗੇ ਜਾਣਾ ਸੀ। ਬਿਆਸਾ ਨੂੰ ਪਾਰ ਕਰਨ ਦੇ ਲਈ ਕੋਈ ਉਸ ਵੇਲੇ ਸਾਧਨ ਨਹੀਂ ਸਨ। ਇਹਨੇ ਉਸ ਵੇਲੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਜਿਹੜੀਆਂ ਬੇੜੀਆਂ ਇੱਥੇ ਸਨ ਬਿਆਸਾ ਦੇ ਕੰਢੇ ਤੇ, ਉਹਨਾਂ ਬੇੜੀਆਂ ਤੇ ਸਿੱਖਾਂ ਨੇ ਆਪਣਾ ਕਬਜ਼ਾ ਕਰ ਲਿਆ ਤੇ ਦਾਰਾ ਸ਼ਿਕੋ ਬਿਆਸਾ ਨੂੰ ਪਾਰ ਕਰਕੇ ਬਿਆਸਾ ਤੋਂ ਪਾਰ ਲੰਘਿਆ,
ਹਾਲਾਂਕਿ ਬਾਅਦ ਵਿੱਚ ਦਾਰਾ ਸ਼ਿਕੋ ਫੜਿਆ ਗਿਆ, ਕੈਦ ਵਿੱਚ ਰੱਖਿਆ। ਆਪਣੇ ਭਰਾ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋ ਨੂੰ ਮਾਰਿਆ, ਕਤਲ ਕੀਤਾ। ਸਤਿਗੁਰੂ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਉੱਪਰ ਇਹ ਦੋਸ਼ ਲਾਇਦ ਕੀਤੇ ਗਏ ਤੇ ਕਿਹਾ ਗਿਆ ਵੀ ਅਸੀਂ ਤੁਹਾਡੇ ਕੋਲੋਂ ਇਹਨਾਂ ਸਵਾਲਾਂ ਦੇ ਜਵਾਬ ਚਾਹੁੰਦੇ ਹਾਂ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੇ ਪੁੱਤਰ ਬਾਬਾ ਰਾਮ ਰਾਏ ਨੂੰ ਭੇਜਿਆ ਕਿ ਰਾਮ ਰਾਏ ਤੁਸੀਂ ਜਾਓ, ਔਰੰਗਜ਼ੇਬ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਜਵਾਬ ਤੁਸੀਂ ਦਿੱਲੀ ਦੇ ਤਖਤ ਤੇ ਜਾ ਕੇ ਦੇਣੇ ਨੇ। ਖਿਆਲ ਕਰਿਓ, ਜਿਸ ਵੇਲੇ ਰਾਮ ਰਾਏ ਦਿੱਲੀ ਦੇ ਅੰਦਰ ਆਏ, ਇਤਿਹਾਸ ਲਿਖਦਾ ਹੈ ਕਿ ਉਹਨਾਂ ਨੇ ਆਪਣਾ ਪੜਾ ਜਿਹੜਾ ਗੁਰਦੁਆਰਾ ਨਾਨਕ ਮਜਨੂ ਕਾ ਟੀਲਾ ਹੈ, ਮਾਫ ਕਰਨਾ ਨਾਨਕ ਪਿਆਉ ਜਿਹੜਾ ਗੁਰਦੁਆਰਾ ਹੈ, ਇਸ ਗੁਰਦੁਆਰੇ ਆ ਕੇ ਉਹਨਾਂ ਨੇ ਆਪਣਾ ਪੜਾ ਕੀਤਾ ਸੀ। ਇੱਥੇ ਆ ਕੇ ਉਹ ਕੁਝ ਸਮਾਂ ਰੁਕੇ। ਇੱਥੇ ਆ ਕੇ ਉਹ ਮਹਿਲਾਂ ਦੇ ਵਿੱਚ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਲੈ ਕੇ ਉਹ ਜਵਾਬ ਦੇਣ ਜਾਂਦੇ ਸਨ। ਫਿਰ ਕੁਝ ਸਮਾਂ ਉਹ ਮਜਨੂ ਕੇ ਟੀਲੇ ਵੀ ਰਹੇ। ਉਸ ਸਥਾਨ ਤੇ ਤੁਸੀਂ ਉਹ ਖੂਹ ਵੀ ਦੇਖਦੇ ਹੋ, ਜਿਹੜਾ ਖੂਹ ਪ੍ਰਸਿੱਧ ਹੈ, ਜਿਸ ਖੂਹ ਦੇ ਉੱਤੇ ਉਹਨਾਂ ਨੇ ਕਰਾਮਾਤ ਦਿਖਾਏ ਸੀ। ਲਿਖਿਆ ਜਾਂਦਾ ਹੈ ਵੀ ਖੂਹ ਤੇ ਚਾਦਰ ਪਾ ਕੇ ਬਹਿ ਗਏ ਸਨ। 72 ਤਰ੍ਹਾਂ ਦੀਆਂ ਕਰਾਮਾਤਾਂ ਦਾ ਜ਼ਿਕਰ ਮਿਲਦਾ ਹੈ ਜਿਹੜੀਆਂ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਦਿਖਾਈਆਂ। ਪਰ ਗੱਲ ਇਹ ਸੀ, ਸਾਰੀਆਂ ਗੱਲਾਂ ਜਵਾਬ ਦਿੱਤੇ। ਹੋ ਸਕਦਾ ਹੈ ਗੁਰੂ ਚਰਨਾਂ ਦੇ ਅੰਦਰੋਂ ਕੀਤੀਆਂ ਕਰਾਮਾਤਾਂ ਦੀ ਮੁਆਫੀ ਵੀ ਮਿਲ ਜਾਂਦੀ। ਪਰ ਜਿਸ ਵੇਲੇ ਔਰੰਗਜ਼ੇਬ ਦੇ ਦਰਬਾਰ ਅੰਦਰ ਇਹ ਗੱਲ ਚੱਲੀ ਕਿ ਜਿਹੜੀ ਬਾਣੀ ਤੁਸੀਂ ਗੁਰੂ ਘਰ ਵਿੱਚ ਪੜ੍ਹਦੇ ਹੋ, ਉਸ ਬਾਣੀ ਦੇ ਅੰਦਰ ਇੱਕ ਸ਼ਬਦ ਹੈ, ਮਿੱਟੀ ਮੁਸਲਮਾਨ ਕੀ ਭੇੜੈ ਪਈ ਕੁਮਿਆਰ। ਉੱਥੇ ਤੁਸੀਂ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਸ਼ਬਦ ਕਿਉਂ ਆਖਿਆ? ਹੁਣ ਜਿਸ ਵੇਲੇ ਰਾਮ ਰਾਏ ਦੇ ਸਾਹਮਣੇ ਬਚਨ ਆਏ, ਸਿਆਣਾ ਰਾਮ ਰਾਏ ਤੇ ਸਿਆਣਪ ਇਸ ਗੱਲ ਵਿੱਚ ਹੁੰਦੀ ਕਿ ਰਾਮ ਰਾਏ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਇਸ ਸ਼ਬਦ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਔਰੰਗਜ਼ੇਬ ਦੇ ਮਹਿਲ ਦੇ ਅੰਦਰ ਸਮਝਾ ਸਕਦਾ। ਪਰ ਰਾਮ ਰਾਏ ਨੇ ਸੋਚਿਆ ਵੀ ਜੇ ਮੈਂ ਇਹਨਾਂ ਨੂੰ ਸਮਝਾਵਾਂਗਾ ਵੀ, ਇੰਨੇ ਦਿਨਾਂ ਤੋਂ ਇਹਨਾਂ ਨੇ ਮੇਰੀ ਇੰਨੀ ਆਓ ਭਗਤ ਕੀਤੀ, ਇੰਨੀ ਵਡਿਆਈ, ਕਿਉਂਕਿ ਸਾਧ ਸੰਗਤ ਜਦੋਂ ਕੋਈ ਹੁਕਮਰਾਨਾਂ ਦੇ ਕੋਲੋਂ ਜਾਂਦਾ ਹੈ, ਹੁਕਮਰਾਨਾਂ ਦੀ ਜਿਹੜੀ ਸੰਸਾਰ ਦੀ ਦਿੱਤੀ ਹੋਈ ਸ਼ੋਹਰਤ ਨੂੰ ਮੰਨਦਾ ਹੈ, ਫਿਰ ਉਹ ਆਪਣੇ ਮਨ ਨੂੰ ਉਸ ਅਵਸਥਾ ਵਿੱਚ ਨਹੀਂ ਰੱਖ ਸਕਦਾ ਜਿਸ ਅਵਸਥਾ ਦੇ ਵਿੱਚ ਉਹ ਆਪਣਾ ਹਿਆ ਕਰਕੇ ਕਈ ਵਾਰੀ ਚੱਲਦਾ ਹੈ। ਐਸਾ ਉਸ ਵੇਲੇ ਨਹੀਂ, ਅੱਜ ਦੇ ਸਮੇਂ ਦੇ ਅੰਦਰ ਵੀ ਵੇਖੋ, ਤੁਸੀਂ ਧਿਆਨ ਮਾਰ ਕੇ ਕਦੀ ਧਿਆਨ ਨਾਲ ਸੁਰਤ ਟਿਕਾ ਕੇ ਵੇਖੋ। ਇਸੇ ਦਿੱਲੀ ਦੀਆਂ ਬਰੂਹਾਂ ਤੇ ਮੈਂ ਸਿਰਫ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣੀ ਹੈ। ਇਸੇ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਕਿਸਾਨ ਜ਼ਿਮੀਂਦਾਰ ਆ ਕੇ ਬੈਠੇ ਸਨ 3 ਕਾਲੇ ਕਾਨੂੰਨਾਂ ਦੇ ਖਿਲਾਫ, ਇਸੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਖੜੇ ਹੋ ਕੇ ਜਿਹੜੇ ਸਾਡੇ ਆਗੂ ਨੇ ਸਮੇਂ ਦੀ ਹਕੂਮਤ ਨੂੰ ਵੰਗਾਰ ਕੇ ਕਹਿੰਦੇ ਨੇ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਦੇਣਦਾਰ ਹੋਵਾਂਗੇ ਜੇ ਕਦੀ ਇਹਨਾਂ ਹੁਕਮਰਾਨਾਂ ਦੇ ਕੋਲ ਜਾ ਕੇ ਇਹਨਾਂ ਦੀ ਬੋਲੀ ਇਹਨਾਂ ਦੀ ਗੱਲ ਮੰਨੀਏ। ਪਰ ਧਿਆਨ ਦੇਣਾ, ਜਿੱਦਣ ਆਪਣੇ ਤੇ ਆਈ ਉਦੋਂ ਉਹਨਾਂ ਦੀ ਗੋਦੀ ਵਿੱਚ ਬੈਠਣ ਲੱਗੇ ਉਹਨਾਂ ਆਗੂਆਂ ਨੇ 1 ਮਿੰਟ ਵੀ ਨਹੀਂ ਲਾਇਆ। ਇਹ ਸ਼ੋਹਰਤ ਹੈ, ਇਹ ਸੰਸਾਰ ਦੇ ਅੰਦਰ ਉਸ ਸਮੇਂ ਦੇ ਅੰਦਰ ਹੀ ਨਹੀਂ। ਇਹ ਨਾ ਸੋਚੀਏ ਵੀ ਬਾਬਾ ਰਾਮ ਰਾਏ ਉਸ ਅਵਸਥਾ ਨੂੰ ਕਬੂਲਦਾ ਹੈ, ਤੇ ਜਦੋਂ ਕਬੂਲਦਾ ਹੈ ਉਦੋਂ ਗੁਰਬਾਣੀ ਦਾ ਨਿਰਾਦਰ ਵੀ ਕਰ ਦਿੰਦਾ ਹੈ। ਉਦੋਂ ਕਹਿੰਦਾ ਵੀ ਨਹੀਂ, ਇੱਥੇ ਮਿੱਟੀ ਮੁਸਲਮਾਨ ਕੀ ਨਹੀਂ, ਇੱਥੇ ਸ਼ਬਦ ਮਿੱਟੀ ਬੇਈਮਾਨ ਕੀ ਹੈ। ਇੱਕ ਅੱਖਰ, ਇੱਕ ਸ਼ਬਦ ਮੇਰੇ ਸਤਿਗੁਰ ਕੀ ਪਾਵਨ ਬਾਣੀ ਵਿੱਚੋਂ ਬਦਲਿਆ। ਸਿੱਖ ਜਿਹੜੇ ਨਾਲ ਸਨ ਉਹਨਾਂ ਨੇ ਗੁਰੂ ਹਰਿਰਾਏ ਪਾਤਸ਼ਾਹ ਜੀ ਨੂੰ ਜਾ ਕੇ ਬਚਨ ਆਖੇ, ਸਤਿਗੁਰੂ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਦੇ ਅੰਦਰ ਇਹ ਕੁਝ ਕੀਤਾ ਹੈ। ਜਦੋਂ ਸਤਿਗੁਰਾਂ ਨੂੰ ਇਸ ਗੱਲ ਦਾ ਪਤਾ ਲੱਗਾ, ਮੇਰੇ ਧੰਨ ਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ ਸੀ ਰਾਮ ਰਾਏ ਨੂੰ ਕਿ ਰਾਮ ਰਾਏ, ਗੁਰੂ ਘਰ ਦੇ ਦਰਵਾਜ਼ੇ ਤੁਹਾਡੇ ਲਈ ਸਦਾ ਲਈ ਬੰਦ ਨੇ। ਚੇਤੇ ਰੱਖਿਓ ਸਾਧ ਸੰਗਤ, ਗੁਰਬਾਣੀ ਦਾ ਸਿੱਖ ਨੇ ਕਿੰਨਾ ਸਤਿਕਾਰ ਕਰਨਾ ਹੈ। ਕਦੀ ਭੁਲੇਖੇ ਵਿੱਚ ਵੀ ਬਾਣੀ ਨੂੰ ਪੜ੍ਹਦੇ ਆ, ਬਾਣੀ ਦੀਆਂ ਪੰਕਤੀਆਂ ਨੂੰ, ਬਾਣੀ ਦੇ ਅੱਖਰਾਂ ਨੂੰ ਇੰਜ ਮਰੋੜ ਕੇ ਬਿਆਨ ਨਾ ਕਰੀਏ ਕਿ ਗੁਰਬਾਣੀ ਦਾ ਨਿਰਾਦਰ ਹੋਵੇ। ਜਿੱਦਣ ਬਾਣੀ ਦਾ ਨਿਰਾਦਰ ਕਰਾਂਗੇ ਉਦੋਂ ਅਸੀਂ ਗੁਰੂ ਘਰ ਦੇ ਸਭ ਤੋਂ ਵੱਡੇ ਦੇਣਦਾਰ ਹੋਵਾਂਗੇ। ਸੱਚ ਵਿੱਚ ਉਦੋਂ ਗੁਰੂ ਦਾ ਮੂੰਹ ਸਾਡੇ ਵੱਲ ਨਹੀਂ ਹੋਏਗਾ, ਉਦੋਂ ਗੁਰੂ ਦੀ ਪਿੱਠ ਹੋਏਗੀ ਸਾਡੇ ਵੱਲ। ਆਪਣਾ ਪੁੱਤਰ ਹੈ ਰਾਮ ਰਾਏ, ਪਰ ਧੰਨ ਗੁਰੂ ਹਰਿਰਾਏ ਪਾਤਸ਼ਾਹ ਜੀ ਕਹਿੰਦੇ ਨੇ ਰਾਮ ਰਾਏ ਨੂੰ ਕਿ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਸਦਾ ਲਈ ਬੰਦ ਨੇ। ਸਤਿਗੁਰੂ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਭ ਨਿਆਮਤਾਂ ਵੇਖੀਆਂ।
इधर जो राम राय ने फिर बड़ा जोर लाया औरंगजेब नूं कह के नीतियां चलन लगा, नीतियां चलन लगा। ते धन गुरु हर राय पातशाह जी ने 5.25 साल की उम्र में गुरता गद्दी की जिम्मेवारी धन गुरु हरकृष्ण साहब पातशाह जी नूं दित्ती। जदों सतगुरु जी गुरता गद्दी ते सुभाएमान होए, कईयां दे मन विच भुलेखे पैदा होए, इन्नी छोटी उम्र का भी कोई गुरु हो सकता है। ते सच विच जिहड़े गुरु घर दे दोखी सन ना साध संगत, ईरखा रखण वाले, उन्होंने आख्या भी हुण समा आ गया है जदों असी गुरु घर की अजमत नूं मिट्टी विच मेलण का यतन करांगे। उन्होंने बिउंतां कढ़नियां शुरू कर दित्तियां। गुरु हरकृष्ण साहब पातशाह जी नेम नाल रोज़ जिहड़ा गुरुद्वारा शीश महल है उथों पालकी विच सवार हुंदे सन ते संगतां दे विच बैठण दे लई जिहड़ा थड़ा गुरु हरराय साहब जी ने बनाया सी, उस थड़े ते सतगुरु जी पहुंच के संगत विच बह के बाणी का कीर्तन सुनते सन। फिर सतगुरु जी बाणी नूं संगतां दे सामने गुरबाणी दी विचार करते हुंदे सन। फिर सिख संगतां के गुरु दे दर्शन करदियां सन। धन गुरु हरराय पात गुरु हरकृष्ण साहब जी अज जदों पालकी विच जान लगे ते कुछ गुरु घर दे दोखियां ने एक इंसान जिंदे शरीर नूं कोढ़ दा रोग लगा है, इतिहास लिखदा है कि यह शरीर करके सिर तो लैके पैरों तक गलिया होया सी। इनू इन्हां ने आख्या भी तू ठीक हो जाएगा जे धन गुरु हरकृष्ण साहब जी के चरणों में तू बेनती करे, तेरी रोग ठीक होएगा। गुरु घर के अंदर हर तरह की अजमत है। जे तू ठीक होना चाहना है तो जो गुरु हरकृष्ण साहब जी की पालकी जाएगी ना, तू उनकी पालकी के अगे लेट जाए। सिर्फ इन्ना नहीं, उन्होंने एक बाणी की पंक्ति दृढ़ करा दी। इतिहास पढ़ो आप विचों जिहड़े संगत ने इतिहास पढ़े जानते ने, बाणी की एक पंक्ति दृढ़ करा दी। वो बाणी की पंक्ति सी रोगी का प्रभ खंडो रोग। इनू बाणी की पंक्ति भी पढ़ा दी, दृढ़ करा दी। ते जो पालकी लंघन लगी ना गुरु हरकृष्ण साहब जी की, ते राह विच पालकी वाले जिधरों लंघनी सी उत्ते राह विच लेट गया। जो पालकी नेड़े आई उच्ची उच्ची बोलन लग पिया, कहन लगे रोगी का प्रभ खंडो रोग, रोगी का प्रभ खंडो रोग। जो उच्ची उच्ची बोलन लगा, सिखा ने पालकी रोकी ते गुरु हरकृष्ण साहब कहन लगे की होया? सिख कहते ने सतगुरु जी कोई बंदा राह विच लेटिया है जिहड़ा शरीर करके रोगी है, ते सिर तो लैके पैरों तक उन्होंने जिहड़ा रोग लगा है, शरीर उनदे विच पस भरी पई है, शरीर उनका गलिया पिया है। ते सतगुरु इको ही बाणी की पंक्ति पढ़ी जा रहा है, रोगी का प्रभ खंडो रोग। धन गुरु हरकृष्ण साहब पातशाह जी पालकी तो बाहर आए। गुरु हरकृष्ण पातशाह जी जो उनके कोलों आए ना, ते साहब कहन लगे भलिया की गल? कहंदा सतगुरु जी कृपा करो, हालत ऐसी बन गई है कि रोटी भी घरदियां ने देनी बंद कर दी है। ध्यान देना साध संगत, ऐसा रोग सी कि परिवार के जिहड़े जी नूं किसी नूं रोग हो जाता सी, उहनूं घर विच नहीं सन रखदे। यही कारण सी मेरे सतगुरु ने कोड़ी घर धन गुरु अर्जन देव साहब जी ने तरन तारण की धरती ते बनाया। ये कोड़ी घर बनाने का कारण ही यह सी भी जिन्होंने घर विच इहनूं खास करके इस रोग नूं छूत का रोग मन्निया जाता सी। ये कहा जाता सी भी एक तो दूजे बंदे नूं लग जाता है। लोग घरां विच नहीं सन रखते, जिन्होंने रोग लग जाता सी घरों बाहर कढ दिंदे सन। रोटी तो आतर होके बंदा तड़फ तड़फ के प्राण त्याग दिंदा सी। मेरे सतगुरु गुरु हरकृष्ण साहब नूं कहन लगा, सतगुरु कृपा करो, मैं रोटी तो भी आतुर हाँ, शरीर का रोग ठीक हो जाए, सतगुरु तुहाडे चरणों दे विच मैं बेनती करना है। साहब कहन लगे कोई गल नहीं। पातशाह जी ने गलवकड़ी विच लिया उस बंदे नूं ते नाल कहा तेरा रोग ठीक होएगा। कहंदा नहीं, मैं नहीं ये चाहता भी मेरा रोग ठीक होएगा, हुणे इस मेरे रोग नूं ठीक करो। साहब धन गुरु हरकृष्ण पातशाह जी कहन लगे भलिया गुरु घर दे अंदर बड़ा बड़ा सफाखाना है, दवाखाना बने, तुसी साडे नाल चलो, तुहाडा इलाज होएगा, तुसी ठीक होगे। कहन लगा नहीं, मैं बड़ा इलाज कराया इस रोग का, बड़े उपचार कराया, कृपा करो। सतगुरु पातशाह जी मैं तो सुनिया सी इन्ने नूं जिहड़े गुरु घर दे दोखी सी वो भी आके कोलों खड़े हो गए। धन गुरु हरकृष्ण पातशाह जी दे कोलों जिथे रोग को खड़ा सी कोड़ी, उहदे कोलों आके खलो गए। कोड़ी कहन लगा नहीं मेरा रोग हुणे ठीक करो। उधर वो भी हुजतां भरन लगे, कहन लगे गुरु हरकृष्ण साहब जी गुरु नानक दे घर ते सारियां जमतां ने क्यों इनका रोग नहीं ठीक करते? उन्हें सोचा भी जे नहीं रोग ठीक करनगे
ਤੇ ਅਸੀਂ ਰੋਲਾ ਪਾ देंगे जी देखो छोटी जी उम्र का गुरु बना के चले गए ने, इन्हां कोलों किहड़ी अजमत है, इस बच्चे दे कोलों किहड़ी ताकत है, इहनूं गुरु बना गए ने जिहड़ा किसी दे रोग नूं भी निवार नहीं सकता। धन गुरु हरकृष्ण साहिब पातशाह जी ने आख्या नहीं पलिया, रोग का उपचार करने के लिए गुरु ने सतगुरु धन गुरु हर राय पातशाह जी ने बहुत बड़ा दवाखाना बनाया, तुसी नाल चलो तुहाडा इलाज होए। कहंदा नहीं, पहलो मैनू मेरा रोग इत्थे ठीक करो। सतगुरु कहन लगे तेनू तेरे रोग ठीक होने की गवाही भर जाने आ। साहब ने अपने कोलों रुमाल कढ़िया ते गुरदेव पिता जी ने रुमाल जिहड़ा सी उहदे एक हाथ ते छुआया, उनका एक हाथ जिवें रुमाल छुआया ना उनका हाथ ठीक हो गया। वो कहन लगा सतगुरु मैनू आरोग करो। कहन लगा असीं तैनूं गवाही दे दी भी ठीक होएगा, हुण तैनूं गुरु के सभाखाने विच जाना पएगा। ये गया, ठीक होया ते धन गुरु हरकृष्ण साहिब पातशाह जी के चरणों का भोरा बन के गुरु घर का प्रचारक बन के ते गुरु घर का प्रचार करता रहा। साध संगत जी, इसे करके गुरु गोबिंद सिंह पातशाह कहते हैं श्री हरकृष्ण ते आइए जिस डिठे सब दुख जा। गल सिर्फ भरोसे दी है। एक गल चेते रखियो, जिन्हां दे अंदर भरोसा नहीं ना वो लख जतन भी करे, एक छोटी जी जे अंदर एक छोटा जिहा किनका भी जे अंदर रह गया भरम दा, वो एक छोटा जिहा किनका भी भरोसा भावें किन्ना भी बाहर मुखी बना ली, वो भरोसे नूं खत्म कर देंदा। जिन्हां दा गुरु ते पूर्ण भरोसा बन गया, सच है मेरे सतगुरु ने उन्होंने अपने चरणों विचों दीन ते दुनी दियां दातां दे के निवाजे है। ऐसियां किन्नियां उदाहरणां सानू गुरु चरणों दे विचों मिलणगियां। मैं सिर्फ एक एग्जाम्पल और तुहाडे चरणों विच रख दिया, फिर समाप्ति करांगा। गुरु हरकृष्ण साहिब पातशाह जी दीयां वडियाईयां। हुण सतगुरु जी रोज संगत विच बहिंदे ने। जदों सतगुरु पातशाह जी दीयां वडियाईयां दूर दूर तक संगतां कोलों गईयां, लोग दर्शनां लई आण लगे। सतगुरु गुरु हरकृष्ण पातशाह जी के चरणों में संगतां दा रोजाना हज़ारां दा इकट्ठ हुंदा सी। उस इकट्ठ दे विच एक इंसान आया, घरों चलिया, कहंदा भी मैं सुनिया किरतपुर साहिब जी की धरती ते सिख दूरों दूरों आउंदे ने ते जिहड़े दर्शनां लई आउंदे ने वो गुरु चरणों दे विच बड़ियां कीमती भेटावां भी लैके आउंदे ने। इह सी किते दा चोर। कहंदा किन्ना चंगा वे, रोज कदी इधर हथ मारना कदी उधर हथ मारना। उत्थे ते सारे जिन्ने आए ने सारे किसी कोलों धन होएगा, किसी कोलों भेटावां होणगियां, उत्थे हथ मारांगा ते मेरा जीवन सौखा लंघ जाएगा। ये पहुंचिया किरतपुर साहिब की धरती ते। रोज इन्हें कदी किसी सिख का धन चुरा लेना, कदी किसी दियां वस्तुआं चुरा लैनियां, कदी कोई भेटावां लैके आया ते भेटां चोरी कर लैनियां। सतगुरु गुरु हरकृष्ण साहिब पातशाह जी दे कोलों गल पहुंची भी सतगुरु नूं कहण लगे सतगुरु संगत विच कोई है जिहड़ा संगत दे विचों चोरियां करदा है। गुरु हरकृष्ण पातशाह जी कहण लगे कोई गल नहीं, जे कोई है ते किन्ने कु दिन तक करेगा। गुरु नानक साहिब भली करनगे, उहदी इस बिरती नूं भी दूर करनगे। हुण इह बंदे नूं जदों इन्नी गल समझ विच आई, पता लगा भी गुरु दरबार विच गल चली गई है ते जे गुरु दरबार विच गल चली गई है ते सिख कहणगे जिहड़े रोज आने वाले ने सेवा करने वाले ने भी सारी संगत गुरु दे दर्शन करन जांदी है, पर यह बंदा कदी गुरु दरबार विच नहीं गया। ध्यान देना, एक शक पैदा हो जाएगा मेरे ते। अज वो किसी ना किसी तरीके नाल मन नहीं सी करदा भी जावां गुरु हरकृष्ण साहिब जी दे कोलों, क्योंकि मन अंदरों चोरी वाले पासे तुरिया होया सी। अज गुरु हरकृष्ण साहिब जी दे चरणों विच पहुंच गया ते सतगुरु गुरु हरकृष्ण पातशाह जी के चरणों में नतमस्तक होके ना मत्था टेक के सारियां तो अगे गुरु हरकृष्ण साहिब जी के कोलों बैठ गया, अपने आप को जाहिर करने के लिए भी मैं गुरु घर का बड़ा वड्डा सेवक हाँ। जो कोलों बैठा ना ते सतगुरु गुरु हरकृष्ण पातशाह जी ने सतगुरां दे कोल एक छड़ी हुंदी सी। साध संगत आप जी भली भांत जिहड़े इतिहास पढ़न वाले जानदे हो, साहब ने इहदे वल करके इहदे दे सिर वल कर रख के इहदे सिर ते एक शब्द उचारिया। साहब कहन लगे चोर की हामा भरै ना कोई, चोर किया चंगा क्यों होए। जो सतगुरु ने पंक्ति पढ़ी, इहदे सिर ते छड़ी रखी हुई है, ये सोचदा भी छड़ी मेरे सिर ते क्यों रखी है। फिर सतगुरु ने दोबारा शब्द पढ़े ते जो दूजी बार पढ़े तो महसूस होया भी सतगुरु गुरु हरकृष्ण साहिब जी
वो जान गए ने भी मेरा काम की है, मैं की कर रहा थे। अपना सिर गुरु के चरणों में रख के जाहो जार रोंदा है। ते गुरु हरकृष्ण साहब पातशाह जी कहते ने, भलिया दुनिया के अंदर जो कोई चोरी करता है तो उसकी जामनी नहीं भरता कोई, अपने भी कह देंगे ने जी इन्हें चोरी की है, तुसीं इहदे नाल निपटो। जिंदी जामनी इत्थे कोई नहीं भरदा, उनकी जामनी रब के घर विच कौन भरेगा। जो गुरु हरकृष्ण साहब जी ने इन्नी गल आखी, कहन लगा सतगुरु गुरु हरकृष्ण साहब जी, मैं हाथ जोड़ के तुहाडे चरणों विचों खिमा मंगना, मेरे मालिक जी अज तो बाद मैं काम नहीं करांगा। इन्हें जिंदा जिंदा जो जो चोरी किया सी वापस किया, गुरु हरकृष्ण साहब जी के चरणों में सेवा करन लगा। मैं बेनती करदी हां साध संगत, साडे इस मनोबिरती के अंदर सिर्फ गल पदार्थां की चोरी की नहीं है। इन अखां नाल असीं बहुत कुछ माड़ा देखने आ, कन्नां नाल बहुत कुछ माड़ा सुनते हैं। सच जाणिओ, सतगुरु गुरु हरकृष्ण साहब पातशाह जी मानो अज सानू एको ही गल कह रहे ने, पढ़िया एक गल चेते रखियो, जे गुरु सतगुरु के चरणों के विच आया है, गुरु हरकृष्ण साहब जी तुहानू सारिआं नू कह रहे ने, जे अज मेरा पुरब मनान मेरे गोद विच आया है ते अज एक वादा करके जा कि अज तो बाद मैं अपने हिरदे दे विच कोई मलीनता नहीं रखांगा। मेरे सतगुरु जी, गल सिर्फ बाहर मुखी चोरी दी नहीं। साध संगत जी, चोर ते रात नू चोरी करदा है, पर सच यह है जिहड़े संसार दे अंदर दिन दिहाड़े लोकां कोलों रिश्वतां मंगदे ने, माड़े कर्म करदे ने, सतगुरु गुरु हरकृष्ण साहब पातशाह जी कहंदे ने, भलिओ जे सच विच मेरी गोद विच आके बैठा है ते अज मैनू वादा करके जा भी मैं ऐसे कर्म कदी नहीं करांगा। धन गुरु हरकृष्ण साहब जी दी नियामतां तां ही मेरे सतगुरु गुरु गोबिंद सिंह साहब जी कहंदे ने, श्री हरकृष्ण ते आईए जिस डिठे सब दुख जाए। राजा राम वो गुरु दरबार विच आया रोपड़ की धरती तो। ये बड़ा वड्डा शाहूकार सी। जो दरबार विच आया ना, बड़ियां भेटावां इन्हें गड्ढे लदे हुए सी भेटा दे। गुरु हरकृष्ण साहब जी ने ना चौबदार जिहड़ा बाहर खड़ा सी उन्होंने बुला के आख्या भी इहनूं अंदर नहीं आण देना। सतगुरु गुरु हरकृष्ण साहब ने जो आख्या, चौबदार ने बाहर रोक लिया, कहंदा तुहानूं हुक्म है अंदर नहीं जाना। कितनी देर खड़ा रहा, कहंदा हुण, कहंदा नहीं गुरु साहब का हुक्म है, तुहाडे लई गुरु घर का दरवाजा बंद है। बड़ा हैरान होया भी गुरु नानक दे घर का दरवाजा किसे लिए बंद नहीं होया, अज मेरे लिए गुरु घर का दरवाजा बंद है। जो चौबदार ने इन्नी गल आखी तो उत्थे लेट गया। धन गुरु हरकृष्ण साहब जी के चरणों में जोदड़ियां उच्ची उच्ची करन लगा, सतगुरु मैं की गुनाह किया है। गुरु हरकृष्ण पातशाह जी कह लगे, जेड़ा गुनाह तू किया है तेरा गुनाह माफी दे काबिल नहीं। सतगुरु पातशाह जी केड़ा गुनाह? साहब गुरु हरकृष्ण पातशाह जी कह लगे, जमदियां धीआं नूं मार देना, इदों वड्डा गुनाह केड़ा हो सकता है। ध्यान देना गुरु हरकृष्ण पातशाह जी, ये इतिहास है साध संगत, तुसीं पढ़ो इस इतिहास नूं। साहब कह लगे, जमदियां धीआं नूं मार देना। ध्यान देना, ये राजा राम इहदे घर विच धी दा जन्म हुंदा सी ते जमदियां मार दिंदा सी, कहंदा सी पुत्र मेरे घर विच जम्मे। सतगुरु गुरु हरकृष्ण साहब कह लगे, धी जमदियां मार देना। मेरी बेनती जे तुहाडे चरणां विच अज जो सिर्फ राजे राम की गल नहीं कि असी जो अपने बच्चों का विआह करना होंदा ते ये चीज़ां नहीं मुख रखते कि समाज विच भी साडे बच्चे ने ती जी इन्ना पैसा पढ़ाई ते लाया है, घट तो घट उन्होंने दहेज विच ये कुछ तो मिलना चाहिए है ना। ये जिहड़ियां रीतां साडे समाज विच चलियां ने, चलो ये छड्डो, असी जो ये कहने भी घट तो घट साडा 400 बंदा आएगा तो सानू खाने विच आ कुछ चाहिए। इहनूं किस पासे ला के वेखोगे जी। मैनूं बड़ी प्यारी गल घटना याद, मैं कह के समाप्ति करा। सच विच मेरे अपनी रिश्तेदारी के अंदर ही घटना वापरी। मैं पूछया जी की, कहंदे उन्हां मंगिया, उन्होंने आख्या भी सानू कुछ नहीं चाहिए। मैं कहा चंगी गल है जी, ऐसा होना चाहिए, पर कहंदे उन्हां दी कोई शर्त है भी साडे घर दे अंदर जिहड़ी मिलनी होनी है ना, मिलनी घट तो घट भी सारे मिला के ते 15 मिलनियां होणगियां, ते जिहड़ियां 15 मिलनियां होणगियां सारिआं नूं घट तो घट जिहड़ी एक एक मुंदरी सोने की पैनी चाहिए। मैं कहा जी दसो फिर, कहंदे असीं लैना कुछ नहीं, सीधे तौर पर नहीं तो सीधे तौर पर तो मंग ही लिया ना।
ਫਿਰ ਸਾਡੇ 400 ਬੰਦੇ ਆਣਗੇ ਜੀ, ਉਹਨਾਂ ਦੀ ਰੋਟੀ ਆ ਹੋਣੀ ਚਾਹੀਦੀ, ਇੰਨਾ ਕੁਝ ਹੋਣਾ ਚਾਹੀਦਾ। ਸਾਧ ਸੰਗਤ ਕਿੱਥੇ ਖੜਿਆ ਸੀ? ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਇਹ ਬਿਰਤੀ ਰੱਖਦਾ ਹੈ ਨਾ, ਉਹ ਕਦੀ ਮੇਰੇ ਘਰ ਦੇ ਅੰਦਰੋਂ ਸ਼ੋਭਾ ਨਹੀਂ ਪ੍ਰਾਪਤ ਕਰ ਸਕਦਾ। ਰਾਜਾ ਰਾਮ ਨੂੰ ਮੇਰੇ ਸਤਿਗੁਰ ਨੇ ਇੱਕੋ ਹੀ ਗੱਲ ਆਖੀ ਵੀ ਪ੍ਰਣ ਕਰ ਗੁਰੂ ਨਾਨਕ ਦੇ ਚਰਨਾਂ ਵਿੱਚ, ਅੱਜ ਤੋਂ ਬਾਅਦ ਨਾ ਇਹ ਕੰਮ ਤੂੰ ਕਰੇਗਾ ਨਾ ਕਿਸੇ ਨੂੰ ਕਰਨ ਦੇਗਾ। ਮੇਰੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਇਸੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਸਤਿਗੁਰੂ ਤਨ ਦੇ ਰੋਗ ਵੀ ਕੱਟਦੇ ਨੇ ਤੇ ਮਨ ਦੇ ਰੋਗ ਵੀ ਕੱਟਦੇ ਨੇ। ਮੇਰੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਅੱਜ ਤੁਸੀਂ ਪੁਰਬ ਮਨਾ ਰਹੇ ਹੋ, ਸਤਿਗੁਰ ਕਿਰਪਾ ਕਰਨ। ਬੇਅੰਤ ਬਖਸ਼ਿਸ਼ਾਂ ਨੇ, ਬੜੀਆਂ ਘਟਨਾਵਾਂ ਨੇ ਸਤਿਗੁਰ ਦੇ ਜੀਵਨ ਦੀਆਂ। ਹੱਥ ਜੋੜ ਕੇ ਬੇਨਤੀ ਹੈ, ਇੱਕ ਨਾ ਸਾਧ ਸੰਗਤ ਪੜਨ ਦੀ ਆਦਤ ਬਣਾਓ।